ਇਹ ਵੀ ਇੱਕ ਰਿਊਮਰ ਚੱਲਦਾ ਸੀ ਮਾਰਕੀਟ 'ਚ ਕਿ 2025 ਤੋਂ ਪਹਿਲੇ ਹੋ ਸਕਦਾ ਫੈਡਰਲ ਸਰਕਾਰ ਸਾਰਾ ਲੋਨ ਮਾਫ ਕਰ ਦੇ। ਔਰ ਉਹ ਪੈਸਾ ਐਸਾ ਨਹੀਂ ਸੀਗਾ ਕਿ ਸਾਡੇ ਖਜ਼ਾਨੇ 'ਚ ਪਿਆ ਸੀ, ਉਹ ਪੈਸਾ ਸੀ ਪ੍ਰਿੰਟ ਕੀਤਾ ਸੀ। ਪ੍ਰਿੰਟ ਕੀਤਾ ਨਾ, ਪ੍ਰਿੰਟ ਕਰਨ ਤੋਂ ਬਾਅਦ ਜਿਹੜੇ ਅੱਜ ਦੇ ਹਾਲਾਤ ਹੈ ਉਹਦੇ ਲਈ 100% ਸਾਡੀ ਗਵਰਨਮੈਂਟ ਜ਼ਿੰਮੇਦਾਰ ਹੈ। ਸੋ 18 ਜਨਵਰੀ 2024 ਤੱਕ 60,000 ਜਿਹੜਾ ਵਾਪਸ ਕਰਨਾ ਸੀ ਉਹਦੇ ਚੋਂ 40,000 ਵਾਪਸ ਕਰਨਾ, 20,000 ਤੁਸੀਂ ਰੱਖ ਸਕਦੇ ਹੋ ਅਗਰ ਉਹ ਤੁਸੀਂ ਐਲੀਜੀਬਲ ਹੋ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਕੈਚ ਹੈ, ਕੈਚ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਸਾਡੇ ਬਹੁਤੇ ਭੈਣ ਭਰਾਵਾਂ ਨੂੰ ਸਮਝ ਨਹੀਂ ਆਉਣੀ ਕਿ ਹੋ ਕੀ ਰਿਹਾ ਹੈ। ਬਿਲਕੁਲ ਠੀਕ ਹੈ। ਸਿਮਿਲਰਲੀ ਫਾਈਨੈਂਸ਼ਲੀ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਯੂ ਹੈਵ ਟੂ ਬੀ ਔਨ ਦ ਡਰਾਈਵਰ ਸੀਟ, ਨਾਟ ਸਮਬਡੀ ਐਲਸ ਕਿ ਤੁਹਾਨੂੰ ਕੋਈ ਡਰਾਈਵ ਕਰ ਰਿਹਾ ਹੈ। ਗੁੰਜਲ ਜੀ ਕਨਫਿਊਜ਼ਨ ਹੈ ਤਾਂ ਕਿ 5% ਇੰਟਰਸਟ ਦੇਣਾ, ਅਗਰ ਤਾਂ ਸੀਵਾ ਲੋਨ ਅਸੀਂ ਜਨਵਰੀ 14 ਜਨਵਰੀ 2024 ਤੱਕ ਨਹੀਂ ਵਾਪਸ ਕਰਦੇ, ਅਗਰ ਨਹੀਂ ਵੀ ਅਪਲਾਈ ਕਰਦੇ ਰੀਫਾਈਨੈਂਸ ਲਈ, ਆਟੋਮੈਟਿਕਲੀ ਉਹ ਫਾਈਲ ਤੁਹਾਡੀ ਕਨਵਰਟ ਹੋ ਜਾਂਦੀ 2026 ਦੇ 3 ਸਾਲ ਤੱਕ। ਜੀ, ਜ਼ੀਰੋ ਹੋ ਕੇ ਫਿਰ ਸ਼ੁਰੂ ਕਰਨਾ ਅਕਲਮੰਦੀ ਹੈ, ਬਜਾਏ ਤੇ ਕਿ ਮੈਂ 6 ਲੱਖ ਦੇ ਉੱਤੋਂ ਫਿਰ ਅਗਲੀ ਗੇਮ। ਟਰੂਡੋ ਸਾਹਿਬ ਨੂੰ ਇੰਡੀਆ ਤੋਂ ਆਉਂਦੇ ਕਿਹਾ ਗਿਆ ਸੀ ਰਿਜ਼ਾਈਨ ਕਰ, ਉਹ ਕਹਿੰਦਾ ਮੈਂ ਰਿਜ਼ਾਈਨ ਨਹੀਂ ਕਰਾਂਗਾ। ਵਾਈ ਨਾਟ? ਕੋਈ ਐਥਿਕਸ ਹੋਣੀ ਚਾਹੀਦੀ, ਕੋਈ ਮੋਰੈਲਿਟੀ ਹੋਣੀ ਚਾਹੀਦੀ ਹੈ ਕਿ ਜੇ ਮੇਰੇ ਹੱਥ 'ਚ ਨਹੀਂ ਚੱਲ ਰਿਹਾ, ਮੰਨ ਲਓ ਇੱਕ ਮੈਂ ਕੰਮ ਨਹੀਂ ਸੰਭਾਲ ਸਕਦਾ, ਬਿਹਤਰ ਹੈ ਮੈਂ ਰਿਜ਼ਾਈਨ ਕਰਕੇ ਤੁਹਾਨੂੰ ਦੇ ਦਾਂ ਜਗ੍ਹਾ ਕਿ ਲਓ ਭਾਈ ਸਾਹਿਬ ਤੁਸੀਂ ਚਲਾਓ। ਉਦੋਂ ਤਾਂ ਮੈਂ ਕਹਿੰਦਾ ਸੀ ਮੈਂ ਦਿੱਤਾ, ਮੈਂ ਤਾਂ ਮਤਲਬ ਗਵਰਨਮੈਂਟ ਨੇ ਦਿੱਤਾ। ਠੀਕ ਹੈ, ਠੀਕ ਹੈ। ਪਰ ਹੁਣ ਉਹ ਕੀ ਕਹਿ ਰਹੇ ਨੇ? ਸੋ ਕਹਿਣ ਦਾ ਮਤਲਬ ਤੁਹਾਨੂੰ ਕਿਤੇ ਵੀ ਕੋਈ ਰਿਲੀਫ ਨਹੀਂ ਹੈਗੀ। ਇਹ ਕਹਿਣ 'ਚ ਇੱਕ ਰਿਲੀਫ ਹੈ ਕਿ ਸਾਨੂੰ ਰਿਲੀਫ ਮਿਲੀ ਹੈ, ਬਟ ਟੈਕਨੀਕਲੀ ਵੀ ਆਰ ਸਟਿਲ ਦੇਅਰ ਵੇਅਰ ਵੀ ਆਰ ਨਾਓ। ਕੋਵਿਡ ਦੇ ਦੌਰਾਨ ਫੈਡਰਲ ਸਰਕਾਰ ਨੇ ਸੀਬਾ ਦੇ ਲੋਨ ਦਿੱਤੇ ਸੀਗੇ, ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ। ਹੁਣ ਲੇਟੈਸਟ ਸਟੇਟਮੈਂਟ ਆਈ ਹੈ ਸਰਕਾਰ ਦੀ ਕਿ ਇਹਦੀਆਂ ਐਕਸਟੈਂਸ਼ਨਸ ਕਰਤੀਆਂ ਗਈਆਂ। ਕਾਫੀ ਲੋਕਾਂ 'ਚ ਕਨਫਿਊਜ਼ਨ ਹੈ ਕਿ ਐਕਸਟੈਂਸ਼ਨ ਕਦ ਤੱਕ ਕੀਤੀ ਗਈ ਹੈ, ਕੀ ਆ 14 ਜਨਵਰੀ ਤੱਕ ਕੀਤੀ ਹੈ, ਇੱਕ ਡੇਟ ਆਉਂਦੀ ਹੈ 28 ਮਾਰਚ 2024 ਦੀ, ਫਿਰ ਡੇਟਾਂ ਆਉਂਦੀਆਂ 2026 ਦੀਆਂ ਵੀ। ਸੋ ਸਾਡੇ ਨਾਲ ਫਾਈਨੈਂਸ਼ੀਅਲ ਮਾਰਕੀਟ ਤੇ ਪਕੜ ਰੱਖਣ ਵਾਲੇ ਐਕਸਪਰਟ ਮਿਸਟਰ ਅਰਵਿੰਦਰ ਕਲਸੀ ਬਿਜ਼ਨਸ ਸੋਲਿਊਸ਼ਨ ਤੋਂ ਮੌਜੂਦ ਹੈ। ਜਾਣਾਂਗੇ ਕਿ ਆ ਜਿਹੜੀਆਂ ਐਕਸਟੈਂਸ਼ਨ ਦਿੱਤੀਆਂ ਗਈਆਂ ਸਰਕਾਰ ਦੀ ਤਰਫ ਤੋਂ, ਇਹਦਾ ਜਿਹੜਾ ਕਲੀਅਰ ਕੱਟ ਸਾਨੂੰ ਇੱਕ ਪਿਕਚਰ ਦਿਖਾਉਣ ਤਾਂ ਕਿ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਆ ਸਕੇ ਕਿਹੜੀ ਡੈਡਲਾਈਨ ਹੈ ਔਰ ਕਿੰਨਾ ਇੰਟਰਸਟ ਹੈ ਇੱਥੇ ਲੱਗੇਗਾ। ਕਲਸੀ ਸਾਹਿਬ ਸਵਾਗਤ ਹੈ ਪ੍ਰਾਈਮ ਏਸ਼ੀਆ ਦੇ। ਥੈਂਕ ਯੂ ਨਿਤਿਨ ਜੀ, ਔਰ ਤਮਾਮ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਕਲਸੀ ਸਾਹਿਬ, ਸਾਰਿਆਂ ਨੇ ਲੋਨ ਲਿੱਤਾ, ਆਲਮੋਸਟ ਸਾਰੇ ਬਿਜ਼ਨੈਸਿਸ ਨੇ, ਗਵਰਨਮੈਂਟ ਨੇ ਸਪੋਰਟ ਕੀਤਾ ਸੀ ਕੋਵਿਡ ਦੇ ਦੌਰਾਨ ਸਾਰੇ ਸਮਾਲ ਬਿਜ਼ਨੈਸਿਸ ਨੂੰ। ਫਿਰ ਡਿਮਾਂਡ ਆਈ ਸੀ ਕਿ ਆ ਜਿਹੜੀਆਂ ਪੇਮੈਂਟਸ ਹੈ ਇਹਨੂੰ ਐਕਸਟੈਂਡ ਕੀਤਾ ਜਾਏ। ਫਿਰ ਦਸੰਬਰ 2023 ਤੱਕ ਡੈਡਲਾਈਨ ਸੀਗੀ ਕਿ ਇਹਨੂੰ ਵਾਪਸ ਕਰਨਾ। ਜਿਹੜਾ ਲੋਨ ਲਿੱਤਾ ਹੈ ਉਹ ਟੈਕਸ ਪੇਅਰਸ ਦਾ ਮਨੀ ਹੈ, ਸਰਕਾਰਾਂ ਉਹਨੂੰ ਨੇ ਲੋਨ ਦਿੱਤਾ 49 ਬਿਲੀਅਨ ਦੇ ਕਰੀਬ ਜੀ। ਹੁਣ ਲੇਟੈਸਟ ਸਟੇਟਮੈਂਟ ਕੀ ਹੈ ਸਰਕਾਰ ਦੀ, ਜਿਹੜੀਆਂ ਐਕਸਟੈਂਸ਼ਨਸ ਹੈ ਤੁਹਾਨੂੰ ਸਾਨੂੰ ਥੋੜਾ ਕਲੀਅਰ ਸਮਝਾ ਦਿਓ, ਕਾਫੀ ਕਨਫਿਊਜ਼ਨ ਹੈ। ਐਬਸੋਲੂਟਲੀ। ਇਸ ਤਰ੍ਹਾਂ ਅਸੀਂ 14 ਸਪਟੈਂਬਰ ਨੂੰ ਗਵਰਨਮੈਂਟ ਨੇ ਇੱਕ ਨਵਾਂ ਆਰਡੀਨੈਂਸ ਕੱਢਿਆ ਕਿ ਇਹ ਜਿਹੜਾ ਸੀਬਾ ਲੋਨ ਹੈ ਅਸੀਂ ਤੁਹਾਨੂੰ ਐਕਸਟੈਂਸ਼ਨ ਦੇ ਰਹੇ ਹਾਂ। ਠੀਕ ਹੈ। ਹੁਣ ਜੇ ਤੁਸੀਂ ਧਿਆਨ ਨਾਲ ਇਹ ਲਫ਼ਜ਼ ਸੁਣੋਗੇ, ਐਕਸਟੈਂਸ਼ਨ ਦਾ ਕੀ ਮਤਲਬ ਹੁੰਦਾ ਹੈ ਕਿ ਲੰਬੇ ਟਾਈਮ ਤੱਕ ਤੁਹਾਨੂੰ ਇੱਕ ਪੌਜ਼ ਦਿੱਤਾ ਜਾਵੇ। ਠੀਕ ਹੈ। ਪਰ ਅਸੀਂ ਦੇਣਾ ਸੀ 31 ਦਸੰਬਰ 2023 ਨੂੰ ਪੂਰੇ ਪੈਸੇ ਵਾਪਸ। ਪੂਰੇ ਦਾ ਮਤਲਬ ਜੇ ਮੈਂ 60,000 ਲਿਆ ਸੀ ਉਹ 'ਚੋਂ ਮੈਂ 40 ਦੇਣਾ ਸੀ, 20 ਦਾ ਮੈਨੂੰ ਬੈਨੀਫਿਟ ਸੀ। ਜੇ ਮੈਂ 40 ਲਿਆ ਸੀ ਉਹ 'ਚੋਂ 30 ਮੈਂ ਦੇਣਾ ਸੀ, 10 ਦਾ ਬੈਨੀਫਿਟ ਸੀਗੀ। ਇਹ ਤੇ ਐਸ ਵੇਲੇ ਟਰਮ ਸੀਗੀ। ਹੁਣ ਉਹਨਾਂ ਨੇ ਕੀਤਾ ਸਿਰਫ ਸਾਨੂੰ 18 ਦਿਨ ਦੀ ਐਕਸਟੈਂਸ਼ਨ ਦੇ ਦਿੱਤੀ ਕਿ ਜਨਵਰੀ 18 2024 ਤੱਕ ਬਜਾਏ 31 ਦਸੰਬਰ ਦੇ ਤੁਸੀਂ ਇਸੇ ਪ੍ਰੋਗਰਾਮ ਦੇ ਅੰਡਰ ਦੇ ਸਕਦੇ ਹੋ। ਠੀਕ ਹੈ। ਇਹ ਪਲੀ ਲੈਂਦੇ ਹੋਏ ਕਿ ਦਸੰਬਰ ਦਾ ਮਹੀਨਾ ਕ੍ਰਿਸਮਸ ਹੈ, ਉਹਨਾਂ ਦਿਨਾਂ 'ਚ ਗਵਰਨਮੈਂਟ ਬਿਜ਼ੀ ਹੁੰਦੀ, ਲੋਕੀ ਬਿਜ਼ੀ ਹੁੰਦੇ ਆ, ਆਫਿਸਿਸ ਬੰਦ ਹੁੰਦੇ, ਹਾਂਜੀ ਲੋਡ ਜ਼ਿਆਦਾ ਹੈ, ਸੋ ਤੁਹਾਨੂੰ 18 ਦਿਨ ਦੀ ਐਕਸਟੈਂਸ਼ਨ ਦੇ ਦਿੱਤੀ। ਠੀਕ ਹੈ। ਸੋ ਇਹ ਤਾਂ ਹੈਗਾ ਬੇਸਿਕਲੀ ਜੇ ਅਸੀਂ ਧਿਆਨ ਨਾਲ ਸੁਣੀਏ। ਸੋ 18 ਜਨਵਰੀ 2024 ਤੱਕ 60,000 ਜਿਹੜਾ ਵਾਪਸ ਕਰਨਾ ਸੀ ਉਹਦੇ ਚੋਂ 40,000 ਵਾਪਸ ਕਰਨਾ, 20,000 ਤੁਸੀਂ ਰੱਖ ਸਕਦੇ ਹੋ ਅਗਰ ਉਹ ਤੁਸੀਂ ਐਲੀਜੀਬਲ ਹੋ। ਐਬਸੋਲੂਟਲੀ। ਸੋ ਬੇਸਿਕ ਐਕਸਟੈਂਸ਼ਨ ਇਹ ਹੋਈ ਹੈ। ਓਕੇ। ਹੁਣ ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਲੋਕਾਂ ਕੋਲ ਤਾਂ ਪੈਸਾ ਹੀ ਹੈ ਨਹੀਂ। ਠੀਕ ਹੈ। ਨਾ ਕੰਮਕਾਰ ਹੈ, ਨਾ ਕੈਸ਼ ਫਲੋ ਆ, ਤੇ ਉਹ ਕੀ ਕਰਨਗੇ? ਫਿਰ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਜਿਹੜਾ ਡਿਫਾਲਟ ਹੈ, ਅਦਰਵਾਈਜ਼ ਕੀ ਸੀਗਾ ਕਿ 2 ਸਾਲ ਲਈ ਜਿਸ ਤਰ੍ਹਾਂ ਇਹ 1 ਜਨਵਰੀ 24 ਆਣੀ ਸੀਗੀ, ਇਹ 2 ਸਾਲ 'ਚ ਲੋਨ 'ਚ ਕਨਵਰਟ ਹੋ ਜਾਣਾ ਸੀ ਵਿਦ ਦੀ ਇੰਟਰਸਟ ਆਫ 5%। ਬਿਲਕੁਲ। ਜਿਹਦੀ ਕਿ ਮੰਥਲੀ ਪੇਮੈਂਟ ਬਣਦੀ ਸਿਰਫ ਇੰਟਰਸਟ ਦੀ $167। ਠੀਕ ਹੈ। ਫਿਰ ਕਿਸੇ ਉਹ 25 ਤੱਕ ਦੇਣ ਤੋਂ ਬਾਅਦ ਤੁਹਾਨੂੰ 31 ਦਸੰਬਰ ਨੂੰ ਇਹ ਪੈਸੇ ਵਾਪਸ ਕਰਨੇ ਪੈਣੇ ਸੀ। ਠੀਕ ਹੈ। ਸਿਰਫ ਉਹਨਾਂ ਨੇ ਐਕਸਟੈਂਸ਼ਨ ਕੀ ਦਿੱਤੀ ਹੈ ਕਿ ਬਜਾਏ 31 ਦਸੰਬਰ 25 ਦੀ ਜਗ੍ਹਾ 31 ਦਸੰਬਰ 26 ਕਰਤੀ। ਓਕੇ, 1 ਸਾਲ ਉਹ ਐਕਸਟੈਂਡ ਕਰਤਾ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਕੈਚ ਹੈ। ਕੈਚ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਸਾਡੇ ਬਹੁਤੇ ਭੈਣ ਭਰਾਵਾਂ ਨੂੰ ਇਹ ਸਮਝ ਨਹੀਂ ਆਉਣੀ ਕਿ ਹੋ ਕੀ ਰਿਹਾ। ਬਿਲਕੁਲ। ਠੀਕ ਹੈ। ਕਿਉਂਕਿ ਇਹ 'ਚ ਟੈਕਨੀਕੈਲਿਟੀ ਹੈ। ਹੁਣ ਉਹਨਾਂ ਨੇ ਕੀ ਕੀਤਾ, ਤੁਸੀਂ ਨੋਟ ਕੀਤਾ ਹੋਵੇ, ਜਦੋਂ ਤੇ ਸੀਬਾ ਸੀ
ਉਦੋਂ ਤਾਂ ਮੈਂ ਕਹਿੰਦਾ ਸੀ ਮੈਂ ਦਿੱਤਾ, ਮੈਂ ਤਾਂ ਮਤਲਬ ਗਵਰਨਮੈਂਟ ਨੇ ਦਿੱਤਾ। ਠੀਕ ਹੈ। ਠੀਕ ਹੈ, ਪਰ ਹੁਣ ਉਹ ਕੀ ਕਹਿ ਰਹੇ ਨੇ ਕਿ ਯੂ ਹੈਵ ਟੂ ਗੋ ਟੂ ਯੂਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹਨੇ ਸੀਬਾ ਪ੍ਰੋਵਾਈਡ ਕੀਤਾ। ਉਹ ਕਾਹਦੇ ਲਈ? ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਨਹੀਂ ਦੇ ਸਕਦਾ ਸੀਬਾ ਅਮਾਊਂਟ ਨੂੰ, ਜਿਹੜੀ 40,000 ਹੈ ਜਾਂ 60,000, ਤੁਸੀਂ ਉਹਨੂੰ ਰੀਫਾਈਨੈਂਸ ਕਰ ਸਕਦੇ ਹੋ। ਠੀਕ ਹੈ। ਰੀਫਾਈਨੈਂਸ ਦਾ ਮਤਲਬ ਕੀ ਹੈ? ਹਾਂਜੀ, ਰੀਫਾਈਨੈਂਸ ਦਾ ਮਤਲਬ, ਮੰਨ ਲਓ ਤੁਸੀਂ ਟੀਡੀ ਬੈਂਕ ਹੋ, ਤੁਸੀਂ ਮੈਨੂੰ ਦਿੱਤਾ ਸੀ 60,000, ਠੀਕ, ਮੈਂ ਤੁਹਾਡੇ ਕੋਲ ਗਿਆ ਤੇ ਮੈਂ ਕਿਹਾ ਜੀ ਟੀਡੀ ਮੈਨੂੰ ਐਕਸਟੈਂਸ਼ਨ ਚਾਹੀਦੀ, ਮੇਰੇ ਕੋਲ ਪੈਸੇ ਹੈ ਨਹੀਂ ਦੇਣ ਨੂੰ। ਠੀਕ ਹੈ। ਠੀਕ ਹੈ, ਫਿਰ ਟੀਡੀ ਨੂੰ ਮੈਂ ਇੱਕ ਐਪਲੀਕੇਸ਼ਨ ਦਾਂਗਾ ਕਿ ਜਿਹੜਾ ਮੇਰਾ ਸੀਬਾ ਲੋਨ ਹੈ ਉਹਨੂੰ ਰੀਫਾਈਨੈਂਸ ਕਰ ਦਿਓ। ਓਕੇ। ਠੀਕ ਹੈ, ਹੁਣ ਉਹਨਾਂ ਨੇ ਕੀ ਕਰਨਾ ਉਸ ਵੇਲੇ, ਟੀਡੀ ਬੈਂਕ ਨੇ, ਟੀਡੀ ਨੇ ਕਹਿਣਾ ਕਿ ਓਕੇ ਵੀ ਆਰ ਗੋਇੰ ਟੂ ਰਿਵਿਊ ਯੂਰ ਫਾਈਲ ਐਂਡ ਵੀਲ ਲੈਟ ਯੂ ਨੋ। ਠੀਕ ਹੈ। ਹੁਣ ਇਹਦੀ ਡੈਡਲਾਈਨ ਕੀ ਹੈ? 18 ਜਨਵਰੀ ਤੋਂ ਪਹਿਲੋਂ ਤੁਹਾਨੂੰ ਇਹ ਐਪਲੀਕੇਸ਼ਨ ਦੇਣੀ ਪੈਣੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ। ਰੀਫਾਈਨੈਂਸ ਅਗਰ ਕਰਾਣਾ ਹੈ ਤੇ 18 ਜਨਵਰੀ 2024 ਤੋਂ ਪਹਿਲੇ ਐਪਲੀਕੇਸ਼ਨ ਦੇਣੀ ਹੈ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਟੀਡੀ, ਆਰਬੀਸੀ, ਸਕੋਸ਼ੀਆ, ਜੋ ਵੀ ਹੈ, ਐਨੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿੱਥੋਂ ਵੀ ਅਸੀਂ ਲਿੱਤਾ ਲੋਨ। ਜੇ ਤੇ ਉਹਨੇ ਦਿਨਾਂ 'ਚ ਉਹਨਾਂ ਨੇ ਰਿਸਪੌਂਡ ਕਰਤਾ ਕਿ ਹਾਂਜੀ ਯੂ ਆਰ ਅਪਰੂਵਡ, ਦੈਟਸ ਫਾਈਨ। ਅਦਰਵਾਈਜ਼ ਫਿਰ 28 ਮਾਰਚ ਤੱਕ ਦੀ ਐਕਸਟੈਂਸ਼ਨ ਹੈ ਕਿ ਤੁਹਾਨੂੰ ਥੋੜ੍ਹਾ ਜਿਹਾ ਹੋਰ ਪੀਰੀਅਡ ਦਿੱਤਾ ਜਾ ਰਿਹਾ 20 ਦਿਨ ਦਾ, ਕਿ ਜੇ ਉਹਨਾਂ ਨੂੰ ਬੈਂਕ ਨੂੰ ਥੋੜ੍ਹਾ ਲੇਟ ਟਾਈਮ ਮਿਲਿਆ ਐਕਸਟੈਂਡ ਕਰਕੇ ਤੇ ਯੂ ਕੈਨ ਸਟਿਲ ਬੀ ਐਲੀਜੀਬਲ ਟਿਲ 28 ਆਫ ਮਾਰਚ 2024। ਹਾਂਜੀ, 24, ਮਤਲਬ 2 ਮਹੀਨੇ ਹੋਰ ਦੇ ਦੇਣਗੇ। ਦੈਟਸ ਕਰੈਕਟ। ਠੀਕ। ਹੁਣ ਪੁਆਇੰਟ ਇਹ ਆਇਆ ਕਿ ਮੈਂ ਜਦੋਂ ਰੀਫਾਈਨੈਂਸ ਦੀ ਐਪਲੀਕੇਸ਼ਨ ਦਾਂਗਾ, ਉਹਦਾ ਕੁਆਲੀਫਿਕੇਸ਼ਨ ਬੇਸਿਸ ਕੀ ਹੈ? ਠੀਕ ਹੈ। ਉਸ ਵੇਲੇ ਬੈਂਕ ਨੇ ਕੀ ਦੇਖਣਾ ਹੈ? ਮੇਰੀ ਫਾਈਨੈਂਸ਼ੀਅਲ ਹੈਲਥ ਦੇਖਣੀ ਹੈ। ਓਕੇ। ਕਿ ਮੇਰੀ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਕੀ ਹੈ, ਮੇਰੇ ਰਿਸੋਰਸਿਸ ਕੀ ਹੈ, ਮੇਰਾ ਰਿਸਕ ਲੈਵਲ ਕੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਫਿਰ ਬੈਂਕ ਨੇ ਉਹਨੂੰ ਅਪਰੂਵ ਕਰਨਾ ਹੈ ਜਾਂ ਡਿਸਅਪਰੂਵ ਕਰਨਾ ਹੈ। ਠੀਕ ਹੈ। ਠੀਕ ਹੈ ਜੀ। ਹੁਣ ਇੱਥੋਂ ਤੱਕ ਤੇ ਪ੍ਰੋਸੈਸ ਸਾਨੂੰ ਸਾਰਿਆਂ ਨੂੰ ਸਮਝ ਆ ਗਿਆ। ਜੇ ਤੇ ਉਹਨਾਂ ਨੇ ਅਪਰੂਵ ਕਰਤਾ ਤੇ ਉਹ ਕੀ ਕਰਨਗੇ? ਮੰਨ ਲਓ ਮੈਂ 40,000 ਦੇਣਾ ਸੀਗਾ, ਬੈਂਕ ਮੈਨੂੰ $40,000 ਰੀਫਾਈਨੈਂਸ ਲਈ ਦੇ ਦੇਗਾ। ਠੀਕ ਹੈ। ਔਰ ਉਹ 40,000 ਦੇ ਤੇ $1,000 ਐਕਸਟਰਾ ਉਹ ਐਡ ਕਰਨਗੇ ਐਜ਼ देयर ਸਰਵਿਸ ਫੀ, ਯਾਨੀ $41,000 ਮੈਨੂੰ ਦੇਣਗੇ ਤੇ ਮੇਰਾ ਸੀਬਾ 40,000 ਪੇ ਆਫ ਕਰ ਦੇਣਗੇ। ਪੇ ਆਫ ਕਰ ਦੇਣਗੇ। ਉਹ 'ਚ ਮੈਨੂੰ 20,000 ਦਾ ਬੈਨੀਫਿਟ ਮਿਲ ਗਿਆ। ਰੀਫਾਈਨੈਂਸ ਦੀ ਜ਼ਰੂਰਤ ਇਹਦੇ ਕਰਕੇ ਕਿਉਂਕਿ ਜੋ ਨਹੀਂ ਵਾਪਸ ਦੇ ਸਕਦੇ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉਹਨਾਂ ਨੂੰ ਰੀਫਾਈਨੈਂਸ ਕਰਕੇ ਦੇਗੀ ਔਰ ਉਹ ਵਾਲਾ ਮਨੀ ਜਿਹੜਾ ਅਮਾਉਂਟ ਹੈ ਉਹ ਅਸੀਂ ਸੀਬਾ ਨੂੰ ਵਾਪਸ ਦੇ ਦਾਂਗੇ। ਵਿਦ ਤੁਸੀਂ ਕਿਹਾ ਕਿ ਐਕਸਟਰਾ ਅਗਰ 60,000 ਦੇਣਾ ਤੇ $1,000 ਹੋਰ ਉੱਪਰ। ਜੇ 60 ਦੇਣਾ ਸੀ ਤੇ 40 ਅਸੀਂ ਦੇਣਾ ਸੀ, 20 ਦਾ ਮਿਲਣਾ ਸੀ, ਉਹਦੇ ਉੱਤੇ 40 ਜਗ੍ਹਾ 41,000 ਤੁਹਾਨੂੰ $41,000 ਐਕਸਟਰਾ ਦੇਣਗੇ। ਠੀਕ ਹੈ। ਔਰ 41 ਚੋਂ ਕੀ ਹੋਏਗਾ? 40 ਤੁਹਾਡਾ ਸੀਬਾ ਪੇ ਆਫ ਹੋ ਜਾਏਗਾ, ਤੁਹਾਨੂੰ 20 ਦਾ ਬੈਨੀਫਿਟ ਮਿਲ ਗਿਆ। ਹੁਣ ਜਿਹੜਾ ਮੇਜਰ ਕੁਐਸਚਨ ਇਹ ਹੈ ਕਿ ਇਹ 40 ਮੈਂ ਕਿਸ ਤਰ੍ਹਾਂ ਦੇਣਾ ਹੈ? ਬਿਲਕੁਲ। ਇਹ ਬੈਂਕ ਮੈਨੂੰ ਕਿਉਂ ਦੇਗਾ? ਇਹ ਜਿਹੜਾ ਤੁਹਾਨੂੰ ਉਹਨਾਂ ਨੇ ਲੋਨ ਦੇਣਾ ਹੈ, ਉਹਨਾਂ ਨੇ ਕੀ ਕਰਨਾ ਹੈ? ਇਸ ਲੋਨ ਨੂੰ ਇਹ ਪੈਸੇ ਨੂੰ ਉਹਨਾਂ ਨੇ ਲੋਨ 'ਚ ਕਨਵਰਟ ਕਰ ਦੇਣਾ। ਓਕੇ। ਹੁਣ ਇਹ ਲੋਨ ਜਿਹੜਾ ਹੈ, ਇਟ ਕੁਡ ਬੀ ਅ ਟਰਮ ਲੋਨ ਔਰ ਇਟ ਕੁਡ ਬੀ ਅ ਫਿਕਸ ਲੋਨ। ਓਕੇ। ਹੁਣ ਜੇ ਟਰਮ ਲੋਨ ਵੀ ਹੈ, ਉਹਦੀ ਡਿਊਰੇਸ਼ਨ ਹੋ ਸਕਦੀ 3 ਤੋਂ ਲੈ ਕੇ 5 ਸਾਲ। ਓਕੇ। ਸਿਮਿਲਰਲੀ ਫਿਕਸ ਦੀ ਵੀ 3 ਤੋਂ 5 ਸਾਲ। ਕਿੰਨੇ ਪਰਸੈਂਟ ਤੇ? ਹੇਅਰ ਵੀ ਗੋ, ਇੱਥੇ ਹੀ ਆ ਰਿਹਾ ਮੈਂ। ਹੁਣ ਪੁਆਇੰਟ ਇਹ ਆ ਗਿਆ ਕਿ ਕਿੱਥੇ ਮੈਨੂੰ ਇਹ ਇੰਟਰਸਟ ਕਿੰਨਾ ਪੈਣਾ ਹੈ? ਬਿਲਕੁਲ। ਮੈਨੂੰ ਪੈਣਾ prime+2 ਜਾਂ prime+3। ਵਾਓ। ਜੇ ਪ੍ਰਾਈਮ ਅੱਜ 5 ਚੱਲ ਰਿਹਾ ਹੈ, 5 ਤੇ 2 7 ਜਾਂ 5 ਤੇ 3 8, ਸੋ 8% ਇੰਟਰਸਟ ਪੈਣਾ ਹੈ 40,000 ਦੇ ਉੱਪਰ। ਅੱਛਾ। ਠੀਕ ਹੈ ਜੀ। ਔਰ ਇਹਦੀਆਂ ਕਿਸ਼ਤਾਂ ਤੁਸੀਂ ਹਰ ਮਹੀਨੇ ਦੇਣੀਆਂ। ਜੇ ਕੱਲ ਨੂੰ ਡਿਫਾਲਟ ਜਾਂਦੇ ਹੋ ਤਾਂ ਤੁਹਾਨੂੰ ਪਰੇਸ਼ਾਨੀ, ਜੇ ਨਹੀਂ ਦੇ ਸਕਦੇ ਤਾਂ ਤੁਸੀਂ ਦੇਖਣਾ ਹੈ। ਸੋ ਇਹ ਇੱਕ ਉਹਨਾਂ ਨੇ ਇੱਕ ਗੁੰਝਲ ਜੀ ਰੱਖੀ ਹੈ। ਗੁੰਝਲ ਜੀ ਕਨਫਿਊਜ਼ਨ ਇੱਦਾਂ ਕਿ 5% ਇੰਟਰਸਟ ਦੇਣਾ, ਅਗਰ ਤਾਂ ਸੀਬਾ ਲੋਨ ਅਸੀਂ 14 ਜਨਵਰੀ 2024 ਤੱਕ ਨਹੀਂ ਵਾਪਸ ਕਰਦੇ, ਅਗਰ ਨਹੀਂ ਵੀ ਅਪਲਾਈ ਕਰਦੇ ਰੀਫਾਈਨੈਂਸ ਲਈ, ਆਟੋਮੈਟਿਕਲੀ ਉਹ ਫਾਈਲ ਤੁਹਾਡੀ ਕਨਵਰਟ ਹੋ ਜਾਂਦੀ 2026 ਦੇ 3 ਸਾਲ ਤੱਕ। ਜੀ ਜੀ। 31 ਦਸੰਬਰ 2026 ਤੱਕ ਜਿਹੜਾ ਕਿ ਲੋਨ ਤੁਹਾਡਾ ਬਣ ਜਾਂਦਾ ਹੈ। ਤੁਸੀਂ 5% ਗਵਰਨਮੈਂਟ ਨੇ ਅਨਾਉਂਸ ਕੀਤਾ ਵਿਦ 5% ਇੰਟਰਸਟ, ਤੁਸੀਂ 60,000 ਦਾ 60,000 ਵਾਪਸ ਦੇਣਾ ਹੈ। $167 ਅ ਮੰਥ ਪੇਮੈਂਟ। ਠੀਕ ਹੈ। ਔਰ ਇਹ ਜੇ ਅਮਾਉਂਟ 3 ਸਾਲ ਦੀ ਜੋੜੋਗੇ 6,000 ਬਣਿਆ। 6,000 ਪਲੱਸ ਕੁਝ ਬਣਦਾ ਤੇ ਓਕੇ, ਉਹ ਸਮਝ ਆ ਗਈ। ਉਹਦੇ ਬਾਅਦ ਤੁਸੀਂ ਰੀਫਾਈਨੈਂਸ ਦੀ ਗੱਲ ਕੀਤੀ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਅਸੀਂ ਵੀ ਸਮਝਾ ਸਕੀਏ ਜੀ। ਅਗਰ ਜਿਹੜਾ ਤੁਸੀਂ ਕਿਹਾ ਕਿ ਮਾਰਚ ਦੀ ਡੇਟ ਵੀ ਦਿੱਤੀ ਹੈ 2024 ਤੱਕ ਰੀਫਾਈਨੈਂਸ ਦੀ, ਅਗਰ ਉਹ ਬੈਂਕ ਕੋਲ ਜਾਣਾ ਪਊਗਾ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲ, ਸਾਨੂੰ ਕਹਿਣਾ ਹੈ ਕਿ ਅਸੀਂ ਇਹ ਰੀਫਾਈਨੈਂਸ ਕਰਾਣਾ ਹੈ, ਸੋ ਬੈਂਕ ਤੁਹਾਨੂੰ ਉਹ ਇੱਕ ਲੋਨ ਦਊਗੀ ਔਰ ਉਹ ਲੋਨ ਜਿਹੜਾ 8% ਇੰਟਰਸਟ ਤੱਕ ਮਿਲ ਸਕਦਾ ਹੈ ਤਾਂ ਕਿ ਅਸੀਂ ਵਾਪਸ ਪੇ ਕਰ ਦਈਏ। ਬਿਲਕੁਲ ਠੀਕ। ਠੀਕ ਹੈ ਜੀ। ਹੁਣ ਇਹਦਾ ਬੈਨੀਫਿਟ ਕੀ ਹੋਇਆ? ਗਵਰਨਮੈਂਟ ਨੂੰ ਤਾਂ ਪੈਸਾ ਮਿਲ ਗਿਆ। ਜਿਹੜਾ ਪੈਸਾ ਉਹਨਾਂ ਨੇ ਤੁਹਾਨੂੰ ਸੀਬਾ ਹੀ ਦਿੱਤਾ ਸੀ, ਜਿਹਦੇ ਲਈ ਉਹ ਤਰਸਦੇ ਪਏ ਆ, ਉਹ ਉਹਨਾਂ ਨੂੰ ਮਿਲ ਗਿਆ। ਦੂਜੇ ਬੰਨੇ ਹੁਣ ਜਿਹੜਾ 60,000 ਹੈ, ਤੁਸੀਂ ਗਵਰਨਮੈਂਟ ਦਾ ਨਹੀਂ ਦੇਣਾ, ਤੁਸੀਂ ਬੈਂਕ ਦਾ ਦੇਣਾ। ਬੈਂਕ ਦਾ ਦੇਣਾ। ਸੋ 60,000 ਦੀਆਂ ਜਿਹੜੀਆਂ ਕਿਸ਼ਤਾਂ ਬਣਨੀਆਂ, ਜੇ ਤੇ ਤੁਸੀਂ ਸਮਾਰਟ ਹੋ
ਕਿ ਮੈਂ ਇੱਕ 167 ਦੀ ਜਗ੍ਹਾ ਮੈਂ ਨਾਲ ਪ੍ਰਿੰਸੀਪਲ ਵੀ ਦੇਣਾ ਹੈ ਤੇ ਤੁਹਾਡੀ ਮਰਜ਼ੀ ਹੈ, ਯੂ ਕੈਨ ਰੇਜ਼ ਅਪ। ਪਰ ਜੇ ਅਸੀਂ ਇਕੱਲੇ ਇੰਟਰਸਟ ਤੇ ਚੱਲੀਏ, ਜਿਹੜਾ ਅਸੀਂ ਰੀਫਾਈਨੈਂਸ 'ਚ ਕਰਾਉਣਾ ਹੈ, ਤੇ ਤੁਹਾਡੀ ਮੰਥਲੀ ਪੇਮੈਂਟ ਕੋਈ ਰਫਲੀ $700 ਮਹੀਨੇ ਦੀ ਬਣਨੀ ਹੈ। ਅਗਰ ਅਸੀਂ ਬੈਂਕ ਤੋਂ ਲੈਣੇ ਰੀਫਾਈਨੈਂਸ ਕਰਾਉਣੀ ਹੈ ਤੇ $700 ਦੇ ਹਿਸਾਬ ਮਹੀਨੇ ਦਾ। ਠੀਕ ਹੈ, ਮਹੀਨੇ ਉਹ ਫਿਰ ਕੀ ਹੋਏਗਾ ਕਿ ਆਉਣ ਵਾਲੇ 3 ਸਾਲਾਂ 'ਚ ਜਾਂ 5 ਸਾਲ ਜੋ ਵੀ ਤੁਹਾਡੀ ਟਰਮ ਹੈ, ਉਹ ਤੁਹਾਡਾ ਅਕਾਊਂਟ ਪੇ ਆਫ ਹੋ ਜਾਏਗਾ। ਇਸ ਤਰ੍ਹਾਂ ਤੁਸੀਂ ਸੀਬਾ ਉਹਨਾਂ ਦਾ ਪੇ ਆਫ ਵੀ ਕਰਤਾ ਤੇ ਅਸੀਂ ਕਰਜ਼ੇ ਤੋਂ ਬਾਹਰ ਆ ਗਏ। ਸੋ ਰੀਫਾਈਨੈਂਸ ਕਰਾਉਣ ਦਾ ਫਾਇਦਾ ਤਾਂ ਕੁਝ ਵੀ ਨਹੀਂ ਹੈ, ਕਿਉਂਕਿ $700 ਤੁਸੀਂ ਕਿਸ਼ਤ ਦੇਣੀ ਹੈ, ਕਿੱਥੇ ਤੁਸੀਂ $167 ਕਿਸ਼ਤ ਦੇਣੀ ਹੈ 3 ਸਾਲਾਂ ਲਈ। ਦੇਖੋ, ਰੀਫਾਈਨੈਂਸ ਕਰਾਉਣ ਦਾ ਸਿਰਫ ਇੱਕੋ ਫਾਇਦਾ ਹੈ ਕਿ ਜਿਹੜਾ ਸਾਨੂੰ ਬੈਨੀਫਿਟ ਮਿਲਣਾ ਸੀਗਾ 20,000 ਜਾਂ 10,000 ਦਾ, ਉਹ ਮਿਲ ਗਿਆ। ਠੀਕ ਹੈ, ਬਜਾਏ 60 ਦੇ ਮੈਂ 40 ਦਿੱਤਾ। ਠੀਕ ਹੈ, ਰੀਫਾਈਨੈਂਸ ਕਰਾ ਕੇ ਮੈਂ ਉੱਥੇ ਹੀ ਬਰਾਬਰ ਤੇ ਆ ਜਾਣਾ ਜੋ ਮੈਂ ਕਰ ਰਿਹਾ। ਠੀਕ ਹੈ। ਪਰ ਦੂਸਰੇ ਬੰਨੇ ਜੇ ਮੇਰਾ ਇਹ ਜਿਹੜਾ ਸੀਬਾ ਹੈ ਉਹ 3 ਸਾਲ ਦੀ ਕਿਸ਼ਤਾਂ 'ਚ ਬਣ ਗਿਆ ਤੇ ਐਂਡ ਆਫ ਦੀ ਡੇ ਉਹ 6+ ਵੀ ਦੇਣਾ ਹੈ ਤੇ ਪਲੱਸ 60 ਵੀ ਮੈਂ ਦੇਣਾ ਹੈ। ਸੋ ਮੈਨੂੰ ਉਹ ਜਿਹੜਾ ਬੈਨੀਫਿਟ ਸੀਗਾ 20,000 ਜਾਂ 10,000 ਦਾ, ਉਹ ਨਹੀਂ ਮਿਲਣਾ। ਠੀਕ ਹੈ। ਸੋ ਇਸ ਚੀਜ਼ ਨੂੰ ਬ੍ਰੇਕ ਡਾਊਨ ਕਰਕੇ ਸਾਡੀ ਗਵਰਨਮੈਂਟ ਨੇ ਕੋਈ ਨਹੀਂ ਦੱਸਿਆ ਕਿ ਵੀ ਇਹ ਕਿਸ ਤਰ੍ਹਾਂ ਹੋਣਾ ਹੈ। ਹੁਣ ਆਮ ਬੰਦਾ ਤੇ ਬੜਾ ਐਕਸਾਈਟਿਡ ਹੈ ਕਿ ਜੀ ਸਾਨੂੰ ਐਕਸਟੈਂਸ਼ਨ ਮਿਲ ਗਈ, ਫਿਰ ਤੁਹਾਨੂੰ ਬੈਂਕ ਲੋਨ ਦੇ ਦੇਗਾ। ਫੋਰ ਐਗਜ਼ਾਮਪਲ ਮੈਂ ਦੇਣ ਲੱਗਾ, ਜਿਨ੍ਹਾਂ ਲੋਕਾਂ ਦੀ ਫਾਈਨੈਂਸ਼ੀਅਲ ਹੈਲਥ ਆਲਰੇਡੀ ਠੀਕ ਹੈ, ਯਾਨੀ ਕਹਿਣ ਦਾ ਮਤਲਬ ਜਿਨ੍ਹਾਂ ਦੀਆਂ ਕੰਪਨੀਆਂ ਠੀਕ ਚੱਲ ਰਹੀਆਂ, ਬੈਂਕਾਂ ਨੂੰ ਵੀ ਪਤਾ ਹੈ, ਬੈਂਕ ਤੇ ਆਲਰੇਡੀ ਤੁਹਾਨੂੰ ਅਪਰੋਚ ਕਰ ਰਿਹਾ ਹੈ। ਬੈਂਕ ਇਹ ਕਹਿ ਰਿਹਾ ਕਿ ਤੁਹਾਨੂੰ ਅਸੀਂ ਇੱਕ ਬਿਜ਼ਨਸ ਲਾਈਨ ਆਫ ਕ੍ਰੈਡਿਟ ਦੇ ਦਿੰਦੇ ਹਾਂ। ਬਿਜ਼ਨਸ ਲਾਈਨ ਆਫ ਕ੍ਰੈਡਿਟ ਦੇ ਕੇ ਤੁਸੀਂ ਆਪਣਾ 40,000 ਪੇ ਕਰ ਦਿਓ, ਇਹ ਲਾਈਨ ਆਫ ਕ੍ਰੈਡਿਟ ਹੁਣ ਤੁਹਾਡੀ ਹੋ ਗਈ। ਪਰ ਇਹਦੇ ਉੱਤੇ ਇੰਟਰਸਟ ਕੀ ਹੈ? ਫਿਰ ਉਹੀ ਪ੍ਰਾਈਮ +3। ਸੋ ਕਹਿਣ ਦਾ ਮਤਲਬ ਤੁਹਾਨੂੰ ਕਿਤੇ ਵੀ ਕੋਈ ਰਿਲੀਫ ਨਹੀਂ ਹੈਗੀ। ਇਹ ਕਹਿਣ 'ਚ ਇੱਕ ਰਿਲੀਫ ਹੈ ਕਿ ਸਾਨੂੰ ਰਿਲੀਫ ਮਿਲੀ ਹੈ, ਬਟ ਟੈਕਨੀਕਲੀ ਵੀ ਆਰ ਸਟਿਲ ਦੇਅਰ ਵੇਅਰ ਵੀ ਆਰ ਨਾਓ। ਕਲਸੀ ਸਾਹਿਬ, ਹੈਗਾ ਤਾਂ ਸਾਰਾ ਟੈਕਸ ਪੇਅਰਸ ਦਾ ਮਨੀ ਹੈ ਜਿਹੜਾ ਵੀ ਸਰਕਾਰਾਂ ਦਿੰਦੀਆਂ ਬਣਦੀਆਂ। ਤੁਹਾਨੂੰ ਲੱਗਦਾ ਕਾਫੀ ਜ਼ਿਆਦਾ ਓਵਰ ਸਪੈਂਡਿੰਗ ਹੋਈ ਹੈ? ਕਿਉਂਕਿ ਕਾਫੀ ਲੋਕਾਂ ਨੇ ਸੀਬਾ ਦਾ ਲੋਨ ਹੱਲੇ ਤੱਕ ਵਾਪਸ ਵੀ ਕਰਤਾ ਜੀ। ਉਹਨਾਂ ਨੇ ਕੀ ਗਲਤੀ ਕੀਤੀ ਹੈ ਵਾਪਸ ਕਰਕੇ? ਐਬਸੋਲੂਟਲੀ ਨਾਟ। ਦੇਖੋ, ਜੇ ਮੇਰੇ ਕੋਲ ਪੈਸਾ ਹੈਗਾ, ਉਹ ਗੱਲ ਵੱਖਰੀ ਹੈ ਕਿ ਮੇਰੇ ਕੋਲ ਮੰਨ ਲਓ ਬੈਂਕ ਦੇ ਵਿੱਚ $2 ਲੱਖ ਪਿਆ ਹੈ, ਮੇਰਾ ਆਪਣਾ ਬਿਜ਼ਨਸ ਆ, ਉਹ 'ਚੋਂ ਮੈਂ 40 ਦੇ ਦਿੱਤਾ। ਇੱਕ ਤੇ ਮੇਰਾ ਧਿਆਨ ਹਟ ਗਿਆ, ਪਲੱਸ ਮੈਂ ਆਪਣੀ ਲਾਈਫ ਨਾਲ ਚੱਲਦਾ ਰਿਹਾ ਤੇ ਮੈਨੂੰ ਕੋਈ ਅਰੇਂਜਮੈਂਟ ਕਰਨ ਦੀ ਲੋੜ ਨਹੀਂ। ਪਰ ਕੁਝ ਲੋਕ ਇਹੋ ਜਿਹੇ ਸੀਗੇ, ਉਹਨਾਂ ਨੇ ਕਿਹਾ ਜੇ ਮੇਰੇ ਕੋਲ 40 ਹਾਲੇ ਹੈਗਾ ਵੀ ਹੈ, ਪਰ ਮੈਂ 31 ਦਸੰਬਰ ਨੂੰ ਦਾਂਗਾ, ਉਹਨੂੰ ਹਾਲੇ 40 ਨੂੰ ਮੈਂ ਯੂਜ਼ ਕਰਨਾ ਹੈ। ਇਟਸ ਅ ਸਮਾਰਟ ਸਟ੍ਰੈਟਜੀ, ਨੋ ਡਾਊਟ ਅਬਾਊਟ ਦੈਟ। ਪਰ ਦੂਸਰੇ ਬੰਨੇ ਜਿਹੜੇ ਬਿਲਕੁਲ ਅੱਗੇ ਵੀ ਪਰੇਸ਼ਾਨ ਸੀ, ਹੁਣ ਅੱਜ ਵੀ ਪਰੇਸ਼ਾਨ ਹੈ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਉਹਨਾਂ ਨੇ ਤਾਂ ਉੱਥੇ ਦੇ ਉੱਥੇ ਰਹਿਣਾ ਹੈ। ਮੈਂ ਇਸ ਪੁਆਇੰਟ ਤੇ ਸਿਰਫ ਤੁਹਾਡੇ ਸਾਰੇ ਵਿਊਜ਼ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਭਾਵੇਂ ਰੀਫਾਈਨੈਂਸ ਹੋਵੇ ਜਾਂ ਤੁਸੀਂ 3 ਸਾਲ ਦੀ ਟਰਮ ਤੇ ਚਲੇ ਜਾਓ, ਖਿਆਲ ਇੱਕ ਕਰੋ, ਇਹ ਨਾ ਸੋਚਣਾ 3 ਸਾਲ ਬਾਅਦ ਮੈਂ 60 ਦਾਂਗਾ। 3 ਸਾਲ ਬਾਅਦ ਸਾਡੀ ਕੰਟਰੀ ਦਾ ਕੀ ਹਾਲ ਹੋਣਾ ਮੈਨੂੰ ਨਹੀਂ ਪਤਾ, ਆਈ ਕੈਨੋਟ ਫੋਰਕਾਸਟ, ਪਰ ਦ ਵੇ ਥਿੰਗਸ ਆਰ ਇਟਸ ਗੋਇੰ ਟੂ ਬੀ ਟੈਰਿਬਲ ਬੈਡ। ਓਕੇ, ਤੇ ਜੇ ਤੁਸੀਂ ਮੰਨ ਲਓ 3 ਸਾਲ ਦੀ ਟਰਮ 'ਚ ਵੀ ਚਲੇ ਜਾਓ, ਟਰਾਈ ਟੂ ਪੇ ਹਰ ਮਹੀਨੇ 1000 2000 ਐਕਸਟਰਾ ਉਹ 'ਚ ਪਾਈ ਜਾਓ। ਠੀਕ ਹੈ, ਤਾਂ ਕਿ ਇੱਕਦਮ ਨਾ 60 ਦੇਣਾ ਪਵੇ। ਕਿਉਂਕਿ ਦੇਖੋ, ਹੁਣ 3 ਸਾਲ ਹੋਏ, 36 ਮਹੀਨੇ ਹੋ ਗਏ। ਹੁਣ 36 ਮਹੀਨਿਆਂ 'ਚ ਜੇ ਮੈਂ $1000 ਜਾਂ $2000 ਹਰ ਮਹੀਨੇ ਐਕਸਟਰਾ ਪਾਈ ਜਾਵਾਂ, $160 ਦੇਣ ਤੋਂ ਇਲਾਵਾ, ਤੇ ਕਮ ਸੇ ਕਮ ਮੈਂ ਆਉਣ ਵਾਲੇ 3 ਸਾਲਾਂ 'ਚ ਉਹਨੂੰ ਪੇ ਆਫ ਕਰ ਦਿੰਦਾ। ਦਿਸ ਵੁੱਡ ਬੀ ਅ ਗੁੱਡ ਸਟ੍ਰੈਟਜੀ ਫॉर ਐਨੀਬਡੀ ਜਿਹਦੇ ਕੋਲ ਕੈਸ਼ ਫਲੋ ਹੈ ਨਹੀਂ। ਪਰ ਜੇ ਅਸੀਂ ਡੀਕਦੇ ਰਹੇ ਕਿ 3 ਸਾਲ ਬਹੁਤ ਟਾਈਮ ਹੈ, 3 ਸਾਲ ਤੇ ਮਿੰਟ ਨਹੀਂ ਲੱਗਣਾ, ਉਨੀ ਦੇਰ ਨੂੰ ਪਤਾ ਨਹੀਂ ਕੀ ਬਿਜ਼ਨਸਾਂ ਦਾ ਹਾਲ ਹੋਣਾ ਹੈ। ਜੋ ਹਾਲਾਤ ਚੱਲ ਰਹੇ ਨੇ, ਦੇ ਆਰ ਨਾਟ ਗੁੱਡ। ਅਗਾਂਹ ਨੂੰ ਅਸੀਂ ਹੋ ਸਕਦਾ ਹੈ ਥੋੜ੍ਹਾ ਜਿਹਾ ਹੋਰ ਨੀਚੇ ਨੂੰ ਜਾਈਏ, ਉੱਪਰ ਆਉਣ ਦਾ ਤਾਂ ਸਾਨੂੰ ਕੋਈ ਇਸ ਵੇਲੇ ਗੁੰਜਾਇਸ਼ ਨਜ਼ਰ ਨਹੀਂ ਆ। ਪਹਿਲੇ ਹਵਾ ਚੱਲ ਰਹੀ ਸੀ ਕਿ ਬੈਂਕਰਪਸੀਜ਼ ਦੀ ਕਾਫੀ ਇਨਕੁਆਇਰੀਜ਼ ਆ ਰਹੀਆਂ ਕਿਉਂਕਿ ਲੋਨ ਵਾਪਸ ਕਰਨੇ ਸੀਗੇ। ਹੁਣ 2025 ਚ ਫੈਡਰਲ ਦੀਆਂ ਇਲੈਕਸ਼ਨਾਂ ਵੀ ਹੈ ਜੀ। ਇਹ ਵੀ ਇੱਕ ਰਿਊਮਰ ਚੱਲਦਾ ਸੀ ਮਾਰਕੀਟ 'ਚ ਕਿ 2025 ਤੋਂ ਪਹਿਲੇ ਹੋ ਸਕਦਾ ਫੈਡਰਲ ਸਰਕਾਰ ਸਾਰਾ ਲੋਨ ਮਾਫ ਕਰ ਦੇ ਜੀ। ਕਿੰਨਾ ਲੋਨ ਟੋਟਲ ਕੈਨੇਡਾ ਤੇ ਡੈਟ ਹੈ ਜਾਂ ਟੋਟਲ ਸੀਬਾ ਤੇ ਬਈ ਕਿੰਨਾ ਲੋਨ ਡੈਟ ਹੈ? ਔਰ 2025 ਦੀ ਗੱਲ ਕਰਦੇ ਸੀ, ਇਲੈਕਸ਼ਨ ਤੋਂ ਪਹਿਲੇ ਹੋ ਸਕਦਾ ਸਰਕਾਰ ਐਕਸਟੈਂਡ ਕਰ ਰਹੀ ਹੈ, ਇਲੈਕਸ਼ਨ ਤੋਂ ਪਹਿਲੇ ਮਾਫ ਕਰ ਦੇ, ਕਿਸੇ ਨੇ ਨਹੀਂ ਦੇਣਾ। ਇਸ ਕਰਕੇ ਵੀ ਬਿਜ਼ਨੈਸਿਸ ਜੇ ਦੇ ਸਕਦੇ ਉਹ ਵੀ ਵੇਟ ਕਰਦੇ ਸੀ, ਵੇਟ ਕਰ ਲਈਏ ਕੀ ਹੁੰਦਾ ਐਂਡ ਪੁਆਇੰਟ ਤਾਂ ਦੇਖਾਂਗੇ ਜੀ। ਸੋ ਇਹਦੀ ਵੀ ਪੋਸਿਬਿਲਿਟੀ ਹੈ। ਦੇਖੋ, ਗੱਲ ਇਹ ਹੈਗੀ ਹੈ ਕਿ ਜਿਸ ਤੱਕ ਬੈਂਕਰਪਸੀ ਦੀ ਗੱਲ ਹੈ, ਉਹ ਇੱਕ ਬੜਾ ਡਿਫਰੈਂਟ ਇਸ਼ੂ ਹੈ। ਕਿਉਂ? ਬੈਂਕਰਪਸੀਆਂ 'ਚ ਤੁਹਾਡੇ ਕ੍ਰੈਡਿਟ ਕਾਰਡ ਵੀ ਇਨਵੋਲਵਡ ਨੇ, ਤੁਹਾਡੇ ਬਿਜ਼ਨਸ ਲੋਨ ਹੋਰ ਵੀ ਇਨਵੋਲਵਡ ਨੇ, ਇਕੱਲਾ ਸੀਬਾ ਨਹੀਂ ਹੈਗਾ। ਸਮਝੀਏ ਨਾ, ਇਸ ਵਜ੍ਹਾ ਕਰਕੇ ਜਿਹੜੀ ਤੁਹਾਡੀ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਹੈ ਉਹ ਆਲਰੇਡੀ ਡਾਵਾਂਡੋਲ ਹੈ। ਜੇ ਉਹ ਡਾਵਾਂਡੋਲ ਹੈ ਔਰ ਤੁਸੀਂ ਜੇ ਕਿਸੇ ਵਜ੍ਹਾ ਨਾਲ ਬੈਂਕਰਪਸੀ ਰਸਤੇ ਜਾਂਦੇ ਹੋ, ਤੁਹਾਡਾ ਸੀਬਾ ਖਤਮ ਹੋ ਗਿਆ। ਯਾਨੀ ਤੁਹਾਨੂੰ ਸੀਬਾ ਵਾਪਸ ਕਰਨ ਦੀ ਲੋੜ ਨਹੀਂ, ਸੀਬਾ ਨਾਲ ਕੁਝ ਨਹੀਂ ਹੋਣਾ। ਸੋ ਅਸੀਂ ਹਰ ਚੀਜ਼ ਨੂੰ ਇੱਕ ਕੰਸੋਲੀਡੇਟ ਕਰਕੇ ਤੁਹਾਨੂੰ ਉੱਤੋਂ ਰਿਲੀਫ ਮਿਲ ਗਈ। ਸੋ ਤੁਹਾਡੀ ਇੱਕ ਵਾਰੀ ਆਪਣੀ ਦੇਖੋ, ਇੰਪੋਰਟੈਂਟ ਗੱਲ ਪਤਾ ਕੀ ਹੈ,
ਤੁਸੀਂ ਜਦੋਂ ਆਪਾਂ ਇੱਥੇ ਡਰਾਈਵਿੰਗ ਲਾਇਸੈਂਸ ਲਈਏ ਨਾ, ਹਾਂਜੀ, ਹਮੇਸ਼ਾ ਤੁਹਾਨੂੰ ਇੰਸਟ੍ਰਕਟਰ ਇੱਕ ਗੱਲ ਕਹਿੰਦਾ ਹੈ, ਯੂ ਡਰਾਈਵ ਦਾ ਕਾਰ। ਯੈਸ, ਕਿ ਪਿਛਲੇ ਨੂੰ ਨਾ ਡਰਾਈਵ ਕਰਦੇ, ਜੇ ਮੇਰੇ ਪਿੱਛੇ ਤੇਜ਼ ਆ ਰਹੀ ਗੱਡੀ, ਮੈਂ ਵੀ ਗੱਡੀ ਤੇਜ਼ ਨਾ ਕਰਾਂ, ਬਿਲਕੁਲ। ਮੈਂ ਆਪਣੀ ਗੱਡੀ ਆਪਣੇ ਤਰੀਕੇ ਨਾਲ ਚਲਾਵਾਂ। ਬਿਲਕੁਲ। ਸਿਮਿਲਰਲੀ ਫਾਈਨੈਂਸ਼ਲੀ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਯੂ ਹੈਵ ਟੂ ਬੀ ਔਨ ਦ ਡਰਾਈਵਰ ਸੀਟ, ਨਾਟ ਸਮਬਡੀ ਐਲਸ ਕਿ ਤੁਹਾਨੂੰ ਕੋਈ ਡਰਾਈਵ ਕਰ ਰਿਹਾ ਹੈ। ਸੋ ਕਹਿਣ ਦਾ ਮਤਲਬ ਯੂ ਨੋ ਯੋਰ ਫਾਈਨੈਂਸਿਸ, ਕੀ ਹਾਲਤ ਹੈ ਕੀ ਨਹੀਂ ਹੈ। ਹਮੇਸ਼ਾ ਇੱਕ ਚੀਜ਼ ਯਾਦ ਰੱਖੀਏ ਅਸੀਂ ਕਿ ਰੱਬ ਨਾ ਕਰੇ ਇਹੋ ਜਿਹੀ ਸਿਚੁਏਸ਼ਨ ਆ ਜਾਵੇ ਜਿੱਥੇ ਮੈਨੂੰ ਲੱਗੇ ਮੈਂ ਡਾਵਾਂ ਡੋਲ ਆ, ਮੇਰੇ ਕੋਲ ਨਹੀਂ ਖੜਾ ਹੋਇਆ ਜਾਣਾ, ਉਸ ਵੇਲੇ ਜ਼ਿੱਦ ਨਾ ਕਰੋ। ਠੀਕ ਹੈ, ਉਸ ਵੇਲੇ ਆਪਣੇ ਆਪ ਨੂੰ ਇੱਕ ਵਾਰੀ ਰੀਸਟਾਰਟ ਦਿਓ। ਜਿਸ ਤਰ੍ਹਾਂ ਅਸੀਂ ਗੈਸ ਪਾਉਣ ਜਾਈਦਾ ਨਾ, ਬਿਲਕੁਲ। ਅੱਗੇ ਮੀਟਰ ਦੇ ਉੱਤੇ ਕਿੰਨੇ ਅਮਾਊਂਟ ਆਈ ਹੁੰਦੀ, ਜਿਸ ਤਰ੍ਹਾਂ ਹੀ ਪ੍ਰੈਸ ਕਰੀਦਾ ਸਭ ਜ਼ੀਰੋ ਹੋ ਜਾਂਦਾ। ਬਿਲਕੁਲ। ਜ਼ੀਰੋ ਹੋ ਕੇ ਫਿਰ ਸ਼ੁਰੂ ਕਰਨਾ ਅਕਲਮੰਦੀ ਹੈ, ਬਜਾਏ ਇਸ ਦੇ ਕਿ ਮੈਂ 6 ਲੱਖ ਦੇ ਉੱਤੋਂ ਫਿਰ ਅਗਲੀ ਗੇਮ ਖੇਡਾਂ। ਠੀਕ ਹੈ। ਸੋ ਮੇਰਾ ਮਤਲਬ ਦੇਰ ਆਰ ਪ੍ਰੋਵੀਜ਼ਨਸ, ਪਰ ਐਂਡ ਆਫ ਦ ਡੇ ਇਹ ਡਿਪੈਂਡ ਕਰਦਾ ਹੈ ਹਰ ਕੰਪਨੀ ਦੀ, ਹਰ ਇੰਡੀਵਿਜੂਅਲ ਦੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਚੱਲਿਆ ਜਾਵੇ। ਔਰ ਮੈਂ ਬੜੇ ਫਖਰ ਨਾਲ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣਾ, ਕਿਉਂਕਿ ਬੈਂਕਰਪਸੀ ਜਿਹੜੀ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ, ਉਹ ਹੁੰਦਾ ਤੁਹਾਡੇ ਐਸੈਟ ਦਾ, ਯਾਨੀ ਤੁਹਾਡੇ ਘਰ-ਬਾਰ ਉਹਦਾ ਕੀ ਹਾਲ ਹੋਏਗਾ। ਅਮੂਮਨ ਜਿਹੜਾ ਤੁਹਾਡਾ ਘਰ ਹੈ ਉਹ ਜਾਂਦਾ ਲੱਗਦਾ ਹੈ, ਪਰ ਅਸੀਂ ਸਾਡੇ ਕੋਲ ਇਹੋ ਜਿਹੇ ਪ੍ਰੋਗਰਾਮਸ ਹੈਗੇ ਨੇ ਕਿ ਵੀ ਕੈਨ ਸੇਵ ਯੋਰ ਪ੍ਰਿੰਸੀਪਲ ਹੋਮ, still get you into a bankruptcy mode if needed. I'm not saying ਕਿ ਹਰ ਬੰਦਾ ਕਰੇ, ਪਰ ਜੇ ਰੱਬ ਨਾ ਕਰੇ ਮੇਰੇ ਕੋਲ ਕੋਈ ਚੋਇਸ ਹੀ ਨਾ ਹੋਵੇ, ਤੇ ਮੇਰਾ ਖਿਆਲ ਹੈ ਉਹ ਅਕਲਮੰਦੀ ਹੁੰਦੀ ਹੈ ਕਿ ਅਸੀਂ ਉਸ ਗੱਲ ਨੂੰ ਸਮਝਦੇ ਹੋਏ ਉਹਨੂੰ ਐਡਰੈਸ ਕਰ ਸਕੀਏ। ਠੀਕ ਹੈ। ਕਲਸੀ ਸਾਹਿਬ 2026 ਤੱਕ ਐਕਸਟੈਂਡ ਕਰਨ ਦੀ ਡੇਟ ਹੈ ਵੀ ਹੈ ਕਿ ਅੱਗੇ 25 ਦੇ ਇਲੈਕਸ਼ਨ ਦੇ ਬਾਅਦ ਜਿਹੜੀ ਵੀ ਸਰਕਾਰ ਆਏਗੀ ਉਹਦੇ ਉੱਪਰ ਹੈ ਕਿ ਉਹ ਕਿੱਦਾਂ ਇਹਨੂੰ ਡੀਲ ਕਰਦੀ ਹੈ। ਸੋ ਆ ਪ੍ਰੈਜ਼ੈਂਟ ਟਰਮ 'ਚ ਪ੍ਰੈਜ਼ੈਂਟ ਗਵਰਨਮੈਂਟ ਦਾ ਨਿਕਲ ਜਾਏਗਾ ਕਿ ਅਸੀਂ ਨਾ ਲੈਣਾ ਤੇ ਨਾ ਦੇਣਾ, ਜਿਹਨੇ ਦੇਣਾ ਦੇ ਦੇ, ਬਾਕੀ 26 'ਚ ਆਪ ਹੀ ਦੇਖੀ ਜਾਊਗੀ, ਜਿਹੜੀ ਵੀ ਗਵਰਨਮੈਂਟ ਆਊਗੀ, ਚਾਹੇ ਆਹ ਗਵਰਨਮੈਂਟ ਆਏ ਜਾਂ ਦੂਜੀ ਕੋਈ ਆਏ, ਸੋ ਉਹਨਾਂ ਦੀ ਹੈਡੇਕ ਰਹੇਗੀ। ਆ ਦੇਖੋ ਗੱਲ ਇਹ ਨਿਤਨ ਜੀ, ਮੈਂ ਪੰਜਾਬੀ 'ਚ ਸਮਝਾਉਣ ਲੱਗਾ, ਜਿਵੇਂ ਇੱਕ ਨਿਆਣੇ ਨੇ ਇੱਕ ਮਾਂ ਦਾ ਪੱਲੂ ਫੜਿਆ ਹੋਵੇ ਨਾ, ਮਾਂ ਹੌਲੀ ਹੌਲੀ ਖਿਸਕਾਈ ਜਾਂਦੀ ਤੇ ਆਪਣਾ ਪੱਲੂ ਕੱਢ ਲੈਂਦੀ ਹੈ। ਠੀਕ ਹੈ। ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਪੱਲੂ ਨਿਕਲ ਗਿਆ। ਇਹੋ ਸਿਚੁਏਸ਼ਨ ਇਹ ਗਵਰਨਮੈਂਟ ਇਸ ਵੇਲੇ ਸਾਡੇ ਨਾਲ ਕਰ ਰਹੀ ਹੈ, ਲਿਬਰਲ, ਕਿ ਉਹ ਆਪਣਾ ਪਿੱਛਾ ਛਡਾ ਰਹੇ ਨੇ ਸੀਬਾ ਤੋਂ, ਕਿਉਂਕਿ ਹੁਣ $49 ਬਿਲੀਅਨ ਹੈ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ ਸੀਗਾ। ਠੀਕ ਹੈ। ਔਰ ਉਹ ਪੈਸਾ ਐਸਾ ਨਹੀਂ ਸੀਗਾ ਕਿ ਸਾਡੇ ਖਜ਼ਾਨੇ 'ਚ ਪਿਆ ਸੀ, ਉਹ ਪੈਸਾ ਸੀ ਪ੍ਰਿੰਟ ਕੀਤਾ ਸੀ। ਪ੍ਰਿੰਟ ਕੀਤਾ ਇਹਨਾਂ ਨੇ। ਪ੍ਰਿੰਟ ਕਰਨ ਤੋਂ ਬਾਅਦ ਜਿਹੜੇ ਅੱਜ ਦੇ ਹਾਲਾਤ ਹੈ, ਉਹਦੇ ਲਈ 100% ਸਾਡੀ ਗਵਰਨਮੈਂਟ ਜ਼ਿੰਮੇਦਾਰ ਹੈ ਜੋ ਇਹਨਾਂ ਨੇ ਕੀਤਾ। ਇੰਨਾ ਪੈਸਾ ਪ੍ਰਿੰਟ ਕਰਤਾ, ਇੰਨਾ ਪੈਸਾ ਪ੍ਰਿੰਟ ਕਰਤਾ ਕਿ ਅੱਜ ਉਹਨੂੰ ਸੰਭਾਲਣਾ ਔਖਾ ਹੋਇਆ ਪਿਆ। ਹੁਣ ਤੁਸੀਂ ਫੂਡ ਦਾ ਦੇਖ ਲਓ, ਬਾਕੀ ਮਹਿੰਗਾਈ ਦੇਖ ਲਓ, ਆਪਣੀ ਜਗ੍ਹਾ ਹੀ ਖੜੀ ਹੈ। ਔਰ ਅੱਜ ਦੇਖੋ, ਹੁਣ ਅੱਜ ਸਾਡੇ ਟਰੂਡੋ ਸਾਹਿਬ ਨੇ ਕਿਹਾ ਕਿ ਜੇ ਜਿੰਨੇ ਵੀ ਤੁਹਾਡੇ ਵੱਡੇ ਵੱਡੇ ਗਰੋਸਰਸ ਨੇ ਤੇ ਨਾ ਕੀਤਾ ਮੈਂ ਪੈਨਲਟੀ ਲਾਵਾਂਗਾ। ਕੋਈ ਇਹਨਾਂ ਨੂੰ ਪੁੱਛੇ 2 ਸਾਲ ਪਹਿਲੇ ਸੁੱਤੇ ਸੀ, ਸਾਡੀ ਤੇ ਜਾਨ ਪਹਿਲਾਂ 2 ਸਾਲ 'ਚ ਕੱਢ ਲਈ ਤੁਸੀਂ, ਹੁਣ ਸਾਡੇ ਪੱਲੇ ਕੁਝ ਨਹੀਂ ਬਚਿਆ। ਔਰ ਅੱਜ ਸਿਰਫ ਫਿਰ ਤੁਸੀਂ ਸਾਨੂੰ ਇੱਕ ਲੋਲੀਪੌਪ ਦੇ ਰਹੇ ਹੋ ਕਿ ਜੀ ਮੈਂ ਫੂਡ ਦੀਆਂ ਪ੍ਰਾਈਸਿਸ ਥੱਲੇ ਲਿਆਵਾਂਗਾ। ਲੇਕਿਨ ਇਹਦੇ ਤੇ ਇਹ ਵੀ ਸਵਾਲ ਹੈ ਜਗਮੀਤ ਸਿੰਘ ਦਾ, ਕਿਉਂਕਿ ਉਹਨਾਂ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੈ ਕਿ ਮੈਂ ਇੱਕ ਲੈਜਿਸਲੇਸ਼ਨ ਜਾਂ ਇੱਕ ਮੋਸ਼ਨ ਲੈ ਕੇ ਆਉਂਗਾ ਕਿ ਇਹਦੇ ਤੇ 2 ਸਾਲ ਪਹਿਲੇ ਡਿਲੇ, ਟਰੂਡੋ ਗਵਰਨਮੈਂਟ ਨੇ ਬਹੁਤ ਜ਼ਿਆਦਾ ਡਿਲੇ ਕਰਤਾ, ਲੇਕਿਨ ਸਪੋਰਟ ਤਾਂ ਜਗਮੀਤ ਸਿੰਘ ਦੇ ਰਹੇ। ਉਹ ਹਿਪੋਕ੍ਰੇਸੀ ਵਾਲੀ ਸਟੇਟਮੈਂਟ ਬਿਲਕੁਲ ਹਿਪੋਕ੍ਰੇਸੀ ਹੈ ਜੀ। ਦੇਖੋ ਜਗਮੀਤ ਸਿੰਘ ਜੀ ਠੀਕ ਹੈ ਆਪਣੀ ਜਗ੍ਹਾ, ਜੋ ਵੀ ਉਹਨਾਂ ਦੀ ਪਾਲਿਸੀਜ਼ ਹੈ, ਵੀ ਡੋਂਟ ਹੈਵ ਟੂ ਸੇ ਐਨੀਥਿੰਗ, ਬਟ ਦ ਪੁਆਇੰਟ ਹੇਅਰ ਇਜ਼ ਕਿ ਜਗਮੀਤ ਸਿੰਘ ਕੋਲ ਬਹੁਤ ਵੱਡਾ ਇੱਕ ਟੂਲ ਸੀਗਾ ਸਪੋਰਟ ਦਾ। ਜਿੱਦਣ ਉਹ ਟਰੂਡੋ ਸਾਹਿਬ ਨਹੀਂ ਸੀ ਮੰਨ ਰਹੇ ਜਾਂ ਨਹੀਂ ਸੀ ਕਰ ਰਹੇ, ਤੁਸੀਂ ਸਾਡੇ ਕੈਨੇਡੀਅਨ ਸਾਰੇ ਬੰਦਿਆਂ ਨੂੰ ਦਾਅ ਤੇ ਲਾ ਕੇ ਸਿਰਫ ਆਪੋ ਆਪਣੀ ਪੋਜੀਸ਼ਨ ਠੀਕ ਰੱਖੀ, ਕਿ ਜਗਮੀਤ ਸਿੰਘ ਨੇ ਵੀ ਆਪਣੀ ਜਗ੍ਹਾ ਰੱਖੀ ਕਿ ਵੀ ਮੇਰਾ ਵੀ ਪੋਜੀਸ਼ਨ ਬਣੀ ਰਵੇ, ਤੇ ਟਰੂਡੋ ਸਾਹਿਬ ਨੇ ਵੀ, ਟਰੂਡੋ ਸਾਹਿਬ ਨੂੰ ਇੰਡੀਆ ਤੋਂ ਆਉਂਦੇ ਕਿਹਾ ਗਿਆ ਸੀ ਰਿਜ਼ਾਈਨ ਕਰ, ਉਹ ਕਹਿੰਦਾ ਮੈਂ ਰਿਜ਼ਾਈਨ ਨਹੀਂ ਕਰਾਂਗਾ। ਵਾਈ ਨਾਟ? ਕੋਈ ਐਥਿਕਸ ਹੋਣੀ ਚਾਹੀਦੀ, ਕੋਈ ਮੋਰਾਲਿਟੀ ਹੋਣੀ ਚਾਹੀਦੀ ਹੈ ਕਿ ਜੇ ਮੇਰੇ ਹੱਥ 'ਚ ਨਹੀਂ ਚੱਲ ਰਿਹਾ, ਮੰਨ ਲਓ ਇੱਕ ਮੈਂ ਕੰਮ ਨਹੀਂ ਸੰਭਾਲ ਸਕਦਾ, ਬਿਹਤਰ ਹੈ ਮੈਂ ਰਿਜ਼ਾਈਨ ਕਰਕੇ ਤੁਹਾਨੂੰ ਦੇ ਦਾਂ ਜਗ੍ਹਾ ਕਿ ਲਓ ਭਾਈ ਸਾਹਿਬ ਤੁਸੀਂ ਚਲਾਓ। ਪਰ ਐਂਡ ਆਫ ਦੀ ਡੇ ਮੈਂ ਅੱਜ ਵੀ ਇਹੀ ਗੱਲ ਕਰ ਰਿਹਾ ਕਿ ਨਹੀਂ ਜੀ, ਕੰਟਰੀ ਤੇ ਮੈਂ ਹੀ ਚਲਾਵਾਂਗਾ, ਭਾਵੇਂ ਮੈਂ ਫੇਲੀਅਰ ਹੈ ਤੇ ਭਾਵੇਂ ਮੈਂ ਪਾਸ ਕੀਤਾ। ਸੋ ਦਿਸ ਇਜ਼ ਸਮਥਿੰਗ ਅ ਹਿਪੋਕ੍ਰੇਸੀ ਅਮੰਗ ਆਲ ਦੀ ਲੀਡਰਸ। ਉਹਦੇ ਵਿੱਚ ਜਗਮੀਤ ਸਿੰਘ ਜੀ ਵੀ ਆਉਂਦੇ ਨੇ ਤੇ ਪੋਲੀਵੁੱਡ ਵੀ ਆਉਂਦੇ ਨੇ ਤੇ ਟਰੂਡੋ ਵੀ ਆਉਂਦੇ ਆ। ਐਂਡ ਆਫ ਦੀ ਡੇ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਚਲਾਉਣਾ ਹੈ, ਆਪਣੀ ਸੀਟ ਨੂੰ ਰੱਖਣਾ, ਦੈਟਸ ਆਲ। ਠੀਕ ਹੈ। ਕਲਸੀ ਸਾਹਿਬ ਜਾਂਦੇ ਜਾਂਦੇ ਤੁਸੀਂ ਇਹ ਇੰਪੋਰਟੈਂਟ ਟੌਪਿਕ ਹੈ ਸੀਬਾ ਦੀ ਰੀਪੇਮੈਂਟਸ ਦਾ, ਸਾਡੇ ਜਿਹੜੇ ਦੇਖਣ ਵਾਲੇ ਹੈ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਤੁਸੀਂ ਫਾਈਨੈਂਸ਼ੀਅਲ ਐਕਸਪਰਟ ਹੋ, ਕੀ ਉਹ ਸਾਰਾ ਵਾਪਸ ਕਰ ਦੇਣ ਕਿ ਵੇਟ ਕਰਨ 2026 ਤੱਕ? ਤੁਹਾਡੀ ਸੁਜੈਸ਼ਨ ਕੀ ਹੋਊਗੀ ਉਹਨਾਂ ਨੂੰ? ਦੇਖੋ ਜੀ, ਮੇਰੀ ਤੁਹਾਨੂੰ ਹੰਬਲ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਤੇ ਆਪਾਂ 3 ਸਾਲ ਦੇ ਪ੍ਰੋਗਰਾਮ 'ਚ ਜਾਣਾ ਹੈ, ਕਿਸੇ ਨਾ ਕਿਸੇ ਤਰ੍ਹਾਂ ਪ੍ਰੋਵੀਜ਼ਨ ਕਰਕੇ ਹਰ ਮਹੀਨੇ $2,000 ਐਕਸਟਰਾ ਉਸ 'ਚ ਪਾਈ ਜਾਓ, ਤਾਂ ਕਿ ਕੱਲ੍ਹ ਨੂੰ ਸਾਨੂੰ ਉਹ ਚੀਜ਼ ਨਾ ਫੇਸ ਕਰਨੀ ਪਵੇ ਜਿਹੜੀ ਅਸੀਂ ਅੱਜ ਕਰ ਸਕਦੇ ਹਾਂ। ਫੋਰ ਐਗਜ਼ਾਮਪਲ 3 ਸਾਲ ਮੈਂ ਮੰਨ ਲਓ ਸਿਰਫ ਇੰਟਰਸਟ ਦੇਈ ਜਾਵਾਂ, 3 ਸਾਲ ਵੀ ਮੈਂ ਨਾ ਦੇ ਸਕਾਂ ਤੇ ਮੈਨੂੰ ਕੱਲ੍ਹ ਨੂੰ ਬੈਂਕਰਪਸੀ ਕਰਨੀ ਪਵੇ, ਉਹਦੇ ਨਾਲ ਬਿਹਤਰ ਹੈ ਮੈਂ ਅੱਜ ਕਰਦਾ
ਤਾਂ ਕਿ ਆਉਣ ਵਾਲੇ 3 ਸਾਲ ਵੀ ਮੇਰੇ ਠੀਕ ਹੋ ਜਾਣ ਤੇ ਮੇਰੇ ਕੋਲ ਜਿਹੜਾ ਪਰਸਨਲ ਡੈਟ ਹੈ, ਐਸੇ ਲੋਕਾਂ ਦੇ ਪਰਸਨਲ ਡੈਟ ਬੜਾ ਚੜਿਆ ਹੈ, ਉਹ ਵੀ ਹੋ ਸਕੇ। ਸੋ ਪਲੀਜ਼ ਇਹਦੇ ਬਾਰੇ ਜੇ ਕੋਈ ਤੁਸੀਂ ਗੱਲਬਾਤ ਕਰਨੀ ਹੋਵੇ, ਫੀਲ ਫਰੀ ਟੂ ਕਾਲ ਅਸ। ਸਾਡਾ ਟੋਲ ਫਰੀ ਨੰਬਰ ਹੈ 186679088984 ਜਾਂ ਸਾਡੇ ਵੈਬਸਾਈਟ ਤੇ ਲੌਗ ਔਨ ਕਰੋ www.bscc.ca ਔਰ ਸਾਨੂੰ ਕੋਈ ਵੀ ਕੁਐਸਚਨ ਤੁਸੀਂ ਔਨ ਦਾ ਫੋਨ ਪੁੱਛ ਸਕਦੇ ਹੋ। ਵੀ ਆਰ ਹੇਅਰ, ਵੀ ਆਰ ਜਸਟ ਅ ਫੋਨ ਕਾਲ ਅਵੇ। ਇਹ ਹਿੰਮਤ ਤੁਸੀਂ ਕਰਨੀ ਹੈ, ਫੋਨ ਚੱਕੋ, ਕਾਲ ਕਰੋ ਐਂਡ ਗੈਟ ਟੂ ਦ ਬਾਟਮ ਆਫ ਦ ਪ੍ਰੋਬਲਮ। ਥੈਂਕ ਯੂ ਕਲਸੀ ਸਾਹਿਬ, ਥੈਂਕ ਯੂ ਸਾਡੇ ਨਾਲ ਇੰਨੀ ਇੰਪੋਰਟੈਂਟ ਜਾਣਕਾਰੀ ਸ਼ੇਅਰ ਕੀਤੀ। ਥੈਂਕਸ ਫॉर ਹੈਵਿੰਗ ਮੀ ਸਰ। ਥੈਂਕ ਯੂ। ਸੋ ਆ ਸੀਗੇ ਅਰਵਿੰਦਰ ਕਲਸੀ, ਫਾਈਨੈਂਸ਼ੀਅਲ ਐਕਸਪਰਟ। ਸੀਬਾ ਦੀ ਲੋਨ ਦੀ ਰੀਪੇਮੈਂਟ ਦੀ ਗੱਲ ਹੈ ਤੇ ਡੇਟਸ ਯਾਦ ਰੱਖੋ, 14 ਜਨਵਰੀ, 28 ਮਾਰਚ ਤੇ 31 ਦਸੰਬਰ 2026। ਸੋ ਆਹ ਡਿਟੇਲਸ ਦੀ ਜਿਹੜੀ ਜ਼ਿਆਦਾ ਜਾਣਕਾਰੀ ਅਸੀਂ ਸ਼ੋਅ 'ਚ ਆਲਰੇਡੀ ਕਰ ਚੁੱਕੇ ਹਾਂ। ਤੁਸੀਂ ਹੋਰ ਵੀ ਕੋਈ ਸਵਾਲ ਹੋਇਆ ਤਾਂ ਮਿਸਟਰ ਕਲਸੀ ਨੂੰ ਤੁਸੀਂ ਰੀਚ ਕਰ ਸਕਦੇ ਹੋ ਆਪਣੇ ਸਵਾਲ ਨਾਲ, ਆਪਣਾ ਜਿਹੜਾ ਇਸ਼ੂ ਹੈ ਉਹਦੇ ਨਾਲ। ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਫਿਰ ਕਿਸੇ ਗੈਸਟ ਨਾਲ ਜਲਦ ਰੂਬਰੂ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।